ਤੁਹਾਡਾ ਸਵਾਗਤ ਹੈ ਜੀ। ਇਹ ਪ੍ਰੋਗਰਾਮ ਅਸੀਂ ਇਸ ਵੇਲੇ ਲਾਈਵ ਪੇਸ਼ ਕਰ ਰਹੇ ਹਾਂ ਤੇ ਮੇਰੇ ਨਾਲ ਇਸ ਵੇਲੇ ਮੇਰੇ ਜਿਹੜੇ ਮਹਿਮਾਨ ਨੇ, ਮੈਂ ਪਹਿਲਾਂ ਉਹਨਾਂ ਨੂੰ ਆਪਣੇ ਨਾਲ ਮਿਲਾ ਦਾਂ। ਮਨੂ ਦੱਤਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਾਹਿਬ ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਤੇ ਆਰਡੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਉਹ ਦੱਸੋ ਕਿ ਤੁਹਾਡੇ ਆਫਿਸਿਸ ਕਿੱਥੇ ਨੇ ਤੇ ਕੀ ਸੇਵਾਵਾਂ ਦਿੰਦੇ ਹੋ? ਸਾਹਿਬ ਸਾਡਾ ਹੈੱਡ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 1137 ਡੇਰੀ ਰੋਡ ਈਸਟ ਐਂਡ ਇਹਦੀ ਅਸੀਂ ਜਿਹੜੇ ਓਪਨਿੰਗ ਕੀਤੀ ਸੀ 2007 ਦੇ ਵਿੱਚ ਕੀਤੀ ਸੀ। ਸੋ ਆਲਮੋਸਟ 14 ਸਾਲ ਹੋ ਗਏ ਜੀ ਸਾਨੂੰ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਇਆ। ਕੀ ਬਾਤ ਹੈ। ਇੰਡੀਆ ਦੇ ਵਿੱਚ ਕਿਸੇ ਹੋਰ ਕੰਟਰੀ ਦੇ ਵਿੱਚ ਸਾਡਾ ਕੋਈ ਆਫਿਸ ਨਹੀਂ ਹੈ। ਵੀ ਆਰ ਆਲ ਕੈਨੇਡੀਅਨ ਬੇਸਡ ਐਂਡ ਜੇ ਜੋ ਵੀ ਦੋਸਤ ਇੰਡੀਆ ਦੇ ਵਿੱਚ ਆਈਸੀਸੀ ਇਮੀਗ੍ਰੇਸ਼ਨ ਦੇ ਨਾਮ ਤੇ ਕਰ ਰਹੇ ਉਹ ਸਾਡੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ। ਓਕੇ, ਇੱਥੋਂ ਤੱਕ ਗੱਲ ਚਲੀ ਗਈ ਹੈ ਕਿ ਅਗਲੇ ਨੂੰ ਨਾਂ ਚੰਗਾ ਲੱਗਿਆ ਤੇ ਪਤਾ ਸੀਗਾ ਵੀ ਇੱਥੇ ਕੰਮ ਸੋਹਣਾ ਚੱਲ ਰਿਹਾ ਹੈ। ਵਾਈ ਨਾਟ? ਦੇਖੋ, ਦਿਸ ਇਜ਼ ਅ ਸੈਡ ਪਾਰਟ। ਦੱਤਾ ਸਾਹਿਬ, ਇਹ ਜਿਹੜੇ ਕੋਈ ਐਕਸਪ੍ਰੈਸ ਐਂਟਰੀ ਡਰਾ ਇੱਕ ਆਊਟ ਹੋਇਆ ਹੈ, ਉਹ ਕੀ ਚੀਜ਼ ਹੈ, ਕਿਸ ਦੇ ਵਾਸਤੇ ਹੋਇਆ ਹੈ, ਕਿਵੇਂ ਸਿਸਟਮ ਕੰਮ ਕਰ ਰਿਹਾ? ਓਕੇ, ਐਕਸਪ੍ਰੈਸ ਐਂਟਰੀ ਨੇ ਨਤ ਸਾਹਿਬ ਅੱਜ ਇੱਕ ਡ੍ਰੌਪ ਇੱਕ ਕੀਤਾ ਜੀ। 500 ਇਨਵੀਟੇਸ਼ਨ ਦਿੱਤੇ ਗਏ ਨੇ ਐਂਡ ਇਹ ਇਨਵੀਟੇਸ਼ਨਸ 500 ਉਹਨਾਂ ਵਾਸਤੇ ਸੀਗੇ ਜਿਨ੍ਹਾਂ ਦੇ ਕੋਲ ਪੀਐਨਪੀ ਸਰਟੀਫਿਕੇਟ ਹੈਗਾ। ਸੋ ਜਦੋਂ ਵੀ ਪੀਐਨਪੀ ਸਰਟੀਫਿਕੇਟ, ਪੀਐਨਪੀ ਮਤਲਬ ਪ੍ਰੋਵਿੰਸ਼ੀਅਲ ਸਰਟੀਫਿਕੇਟ ਮਿਲ ਗਿਆ ਕਿਸੇ ਵੀ ਪ੍ਰੋਵਿੰਸ ਤੋਂ, ਪ੍ਰੋਵਿੰਸ ਨੇ ਓਕੇ ਕਰ ਦਿੱਤਾ ਤੇ ਉਹ ਜਿਹੜਾ ਸਰਟੀਫਿਕੇਟ ਦੇ ਨੰਬਰਸ ਹੁੰਦੇ ਨੇ, ਪੁਆਇੰਟਸ ਹੁੰਦੇ ਨੇ, ਉਹ 600 ਪੁਆਇੰਟਸ ਹੁੰਦੇ ਨੇ। ਸੋ ਅੱਜ ਜਿਹੜਾ ਡਰਾ ਆਊਟ ਹੋਇਆ 713 ਪਲੱਸ ਸਕੋਰ ਤੇ ਆਊਟ ਹੋਇਆ। ਜਿਹਦਾ ਵੀ 713 ਸਕੋਰ ਸੀਗਾ ਉਹ ਇਸ ਡਰਾ ਦੇ ਵਿੱਚ ਪਿਕ ਹੋਏ ਨੇ। ਸੋ 500 ਇਨਵੀਟੇਸ਼ਨ ਦਿੱਤੇ ਗਏ, ਮਤਲਬ 500 ਐਪਲੀਕੈਂਟ ਸੀਗੇ ਜਿਹੜੇ 700 ਤੋਂ 13 ਤੋਂ ਉੱਪਰ ਸਕੋਰ ਦੇ ਵਾਲੇ ਸੀ। ਸੋ ਉਹਦੇ ਵਿੱਚ ਇਹ ਡਰਾ ਪਿਕ ਹੋਇਆ ਐਂਡ ਨਤ ਸਾਹਿਬ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉੱਤੇ ਬੜੀ ਹੀ ਫਸਟ ਕਲਾਸ ਤਰੀਕੇ ਨਾਲ ਕੰਮ ਕਰ ਰਿਹਾ। ਸੋ ਬੇਸਿਕਲੀ ਇਸ ਸਾਲ ਦਾ ਜਿਹੜਾ ਟਾਰਗੇਟ ਹੈਗਾ ਆ ਉਹ ਸਿਰਫ ਕੈਨੇਡੀਅਨ ਐਪਲੀਕੈਂਟਸ ਦੇ ਉੱਤੇ ਰਹੇਗਾ ਆਉਣ ਵਾਲੇ ਐਟਲੀਸਟ ਇੱਕ ਕੁਆਟਰ ਹੋਰ। ਉਸ ਤੋਂ ਬਾਅਦ ਜਦੋਂ ਪੈਂਡੈਮਿਕ ਦੇ ਹਾਲਾਤ ਸੁਧਰ ਜਾਣਗੇ, ਵੈਕਸੀਨੇਸ਼ਨ ਬੈਟਰ ਹੋ ਜਾਏਗੀ, ਤਾਂ ਬਾਹਰੋਂ ਐਪਲੀਕੈਂਟਸ ਵੀ ਆਣੇ ਸ਼ੁਰੂ ਹੋ ਜਾਣਗੇ। ਅੱਜ ਦੀ ਤਰੀਕ ਦੇ ਵਿੱਚ ਜੇ ਗੱਲ ਕਰੀਏ ਕਿ ਕਿਸੇ ਦਾ 300 ਸਕੋਰ ਹੋਵੇ ਜਾਂ 500 ਸਕੋਰ ਹੋਵੇ, ਡਜ਼ ਨਾਟ ਮੈਟਰ। 500 ਸਕੋਰ ਵਾਲੇ ਵੀ ਐਪਲੀਕੈਂਟਸ ਨੂੰ ਪਿਕ ਨਹੀਂ ਹੋਣਾ। ਸੋ ਈਵਨ ਜਿਹੜਾ ਲਾਸਟ ਡਰਾ ਸੀਈਸੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਹੋਇਆ ਉਹ 397 ਪੁਆਇੰਟ ਤੇ ਗਿਆ ਜੀ। ਸੋ 397 ਦਾ ਮਤਲਬ ਹੈਗਾ ਹੈ ਕਿ ਉਸ ਤੋਂ ਜ਼ਿਆਦਾ ਸਕੋਰ ਵਾਲੇ ਤਕਰੀਬਨ 1 ਲੱਖ ਐਪਲੀਕੈਂਟਸ ਬੈਠੇ ਹੋਏ ਨੇ ਜਿਨ੍ਹਾਂ ਦਾ ਐਕਸਪ੍ਰੈਸ ਐਂਟਰੀ ਦੇ ਵਿੱਚ ਪ੍ਰੋਫਾਈਲ ਕ੍ਰੀਏਟਡ ਹੈਗਾ। ਬਟ ਅਨਫੋਰਚੂਨੇਟਲੀ ਉਹ ਪਿਕ ਨਹੀਂ ਹੋਏ ਕਿਉਂਕਿ ਕੈਨੇਡਾ ਨੂੰ ਇਸ ਟਾਈਮ ਤੇ ਉਹ ਐਪਲੀਕੈਂਟਸ ਚਾਹੀਦੇ ਨੇ, ਉਹ ਵਰਕਰਸ ਚਾਹੀਦੇ ਨੇ ਜਿਹੜੇ ਇਸ ਟਾਈਮ ਕੈਨੇਡਾ ਦੇ ਵਿੱਚ ਰਹਿ ਕੇ 1 ਸਾਲ ਪੂਰਾ ਕਰ ਚੁੱਕੇ ਨੇ ਤੇ ਉਹਨਾਂ ਨੂੰ ਪਿਕ। ਸੋ ਇਟ ਮੀਨਸ ਕੋਈ ਵੀ ਜੇ ਹਲੇ ਬਾਹਰੋਂ ਆਉਣ ਦੀ ਕੋਈ ਤਿਆਰੀ ਕਰ ਵੀ ਰਿਹਾ ਹੈਗਾ ਤਾਂ ਕਾਈਂਡ ਆਫ ਹਲੇ ਠੰਡੇ ਵਾਸਤੇ ਪਿਆ ਹੋਇਆ ਸਮਾਨ ਤੇ ਉਸ ਤੋਂ ਮਗਰੋਂ ਬਾਅਦ ਚ ਕਾਲ ਲੈ ਲੀजिए। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਇਟਲੀ ਤੋਂ ਬੋਲ ਰਿਹਾ ਸਰ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ ਦੱਤਾ ਸਾਹਿਬ ਵਾਸਤੇ? ਸਰ ਮੈਨੂੰ ਆਪਣੇ ਮਾਤਾ ਦੀ ਐਚਐਸਸੀ ਫਾਈਲ ਲਾਣੀ ਹੈ ਤੇ ਮੈਨੂੰ ਇੱਥੇ ਕਹਿ ਰਿਹਾ ਸੀ ਕਿ ਐਚਐਸਸੀ ਫਾਈਲ ਅਕਤੂਬਰ 2021 ਤੋਂ ਬਾਅਦ ਲਾ ਦਿਓ ਜਦੋਂ ਫੈਮਿਲੀ ਐਪਲੀਕੇਸ਼ਨਸ ਹੁੰਦੀਆਂ ਉਸ ਤੋਂ ਬਾਅਦ ਜ਼ਿਆਦਾ ਚਾਂਸ ਹੈ, ਕਿਉਂਕਿ ਕਹਿ ਰਿਹਾ ਅੱਜ ਕੱਲ੍ਹ ਐਚਐਸਸੀ ਐਪਲੀਕੇਸ਼ਨ ਸੇ ਰਿਜੈਕਸ਼ਨ ਹੋ ਰਹੀ ਕਿਉਂਕਿ ਮੇਰੀ ਮਦਰ 75 ਈਅਰ ਓਲਡ ਹੈ, ਫਾਦਰ ਦੀ ਡੈਥ ਹੋ ਚੁੱਕੀ ਹੈ ਤੇ ਉਹ ਇੰਡੀਆ 'ਚ ਉਹਨਾਂ 2 ਸਿਸਟਰਸ ਉਹ ਮੈਰਿਡ ਹੈ। ਕੋਈ ਮੈਨੂੰ ਕਹਿ ਰਿਹਾ ਸੀ ਕਿ ਜੇ ਐਚਐਸਸੀ ਦੀ ਫਾਈਲ ਲਾਣੀ ਹੈ ਅਕਤੂਬਰ ਦੇ ਵਿੱਚ ਇਹਨਾਂ ਫੈਮਿਲੀ ਕਲਾਸ ਐਪਲੀਕੇਸ਼ਨਸ ਦਾ ਹੋਏਗਾ, ਉਸ ਤੋਂ ਬਾਅਦ ਲਾ ਲਿਓ ਕੋਈ ਰਿਜੈਕਸ਼ਨ ਹੋਈ, ਐਸੀ ਕੋਈ ਗੱਲ ਹੈਗੀ ਹੈ? ਕਿਸੇ ਨੇ ਵਹਿਮ 'ਚ ਪਾਇਆ? ਕੋਈ ਗੱਲ ਨਹੀਂ, ਤੁਸੀਂ ਹੋਲਡ ਰੱਖੋ, ਹਜੇ ਲਾਈਨ ਕੱਟਿਓ ਨਾ। ਇਹਨਾਂ ਨੇ ਇਟਲੀ ਤੋਂ ਕਾਲ ਕੀਤੀ ਹੈ ਦੱਤਾ ਸਾਹਿਬ, ਤੇ ਤੁਹਾਨੂੰ ਇਹਨਾਂ ਦਾ ਸਵਾਲ ਸਮਝ ਲੱਗ ਗਿਆ? ਇਹਨਾਂ ਨੇ ਕਿਹਾ ਕਿ ਐਚਐਨਸੀ ਐਪਲੀਕੇਸ਼ਨ ਲਗਾਣੀ ਹੈ। ਐਚਐਨਸੀ ਕਿਹਦੇ ਵਾਸਤੇ? ਮਦਰ ਵਾਸਤੇ ਲਗਾਉਣਾ ਚਾਹੁੰਦੇ ਨੇ? ਹਾਂਜੀ, ਮਦਰ ਵਾਸਤੇ ਲਗਾਉਣਾ ਚਾਹੁੰਦੇ ਨੇ ਜੀ। ਇਹਨਾਂ ਮਦਰ ਦੀ ਏਜ 75 ਈਅਰਸ ਆ, ਇਹਨਾਂ ਦੇ ਫਾਦਰ ਦੀ ਡੈਥ ਹੋਈ ਆ, ਇਹਨਾਂ ਦੀਆਂ 2 ਸਿਸਟਰਸ ਨੇ ਜਿਹੜੀਆਂ ਕਿ ਮੈਰਿਡ ਨੇ। ਤੇ ਕੈਨੇਡਾ ਦੇ ਵਿੱਚ ਕੌਣ ਹੈਗਾ ਇਹਨਾਂ ਦਾ? ਕੈਨੇਡਾ ਦੇ ਵਿੱਚ ਕੌਣ ਹੈਗਾ ਤੁਹਾਡਾ? ਕੈਨੇਡਾ ਦੇ ਵਿੱਚ ਕੋਈ ਹੈ ਜੀ? ਮੈਂ ਪੀਆਰ ਹਾਂ, ਮੇਰੀ ਵਾਈਫ, ਮੇਰੇ ਬੱਚਾ। ਅੱਛਾ, ਤੁਸੀਂ ਪੀਆਰ ਹੋ, ਤੁਸੀਂ ਕੈਨੇਡਾ ਦੇ ਵਿੱਚ ਹੋ? ਹਾਂਜੀ, ਤਾਂ ਮੇਰੇ ਇੱਕ ਬੱਚਾ ਵੀ ਹੈ। ਅੱਛਾ, ਸੌਰੀ, ਕੈਨੇਡਾ ਤੋਂ ਇਹਨਾਂ ਦਾ ਕਾਲ ਹੈ ਜੀ। ਇਹਨਾਂ ਦੇ ਇਹ ਪੀਆਰ ਨੇ ਕੈਨੇਡਾ ਦੇ ਵਿੱਚ ਜੀ। ਇਹਨਾਂ ਦੀ ਵਾਈਫ ਵੀ ਪੀਆਰ ਆ ਤੇ ਇਹਨਾਂ ਦੇ ਇੱਕ ਬੱਚਾ ਵੀ ਹੈ। ਮੇਰਾ ਕੁਐਸਚਨ ਇਹ ਕਿ ਐਚਐਨਸੀ ਦੀ ਫਾਈਲ ਕੋਈ ਜ਼ਰੂਰੀ ਹੈ ਕਿ ਹੁਣ ਅੱਜ ਕੱਲ੍ਹ ਰਿਜੈਕਸ਼ਨ ਹੋ ਰਹੀ ਹੈ ਜ਼ਿਆਦਾ, ਕੋਈ ਦੱਸ ਰਿਹਾ ਸੀ। ਦੂਸਰਾ ਕੁਐਸਚਨ ਇਹ ਹੈ ਕਿ ਕੋਈ ਕਹਿ ਰਿਹਾ ਸੀ ਅਕਤੂਬਰ ਤੋਂ ਬਾਅਦ ਲਵਾਈ, ਉਹਦੇ ਜ਼ਿਆਦਾ ਚਾਂਸ ਹੁੰਦੇ ਫੈਮਿਲੀ ਕਲਾਸ ਵਾਲੇ ਜਾਂਦੇ, ਐਸੀ ਕੋਈ ਗੱਲ ਹੁੰਦੀ ਹੈ? ਸਿਰਫ ਕਿਸੇ ਨੇ ਮੈਨੂੰ ਮਿਸਲੀਡ ਕੀਤਾ ਹੈ, ਵਹਿਮ ਪਾਇਆ। ਇਹਨਾਂ ਨੂੰ ਇਹ ਇਨਫੋਰਮੇਸ਼ਨ ਕਿਤੋਂ ਮਿਲੀ ਹੈ ਜੀ? ਉਹ ਕਹਿੰਦੇ ਵੀ ਜੇ ਅਕਤੂਬਰ ਤੋਂ ਬਾਅਦ ਫਾਈਲ ਲਾਓਗੇ ਤਾਂ ਉਦੋਂ ਬਾਅਦ ਚਾਂਸਸ ਜ਼ਿਆਦਾ ਹੁੰਦੇ ਨੇ। ਇਹ ਕੋਈ ਜਾਂ ਤਾਂ ਇਹਨਾਂ ਨੂੰ ਇਹ ਮਿਸ ਇਨਫੋਰਮੇਸ਼ਨ ਹੈ ਦੱਤਾ ਸਾਹਿਬ, ਜਾਂ ਇਹ ਸਹੀ ਇਨਫੋਰਮੇਸ਼ਨ?
ਨੱਥ ਸਾਹਿਬ ਇਹਨਾਂ ਨੂੰ ਅਸੀਂ ਆਫਲਾਈਨ ਆਨਸਰ ਦਿੰਨੇ ਆ ਜੀ, ਇਹਨਾਂ ਨੂੰ ਕੋਈ ਟੀਵੀ ਤੇ ਸੁਣ ਓਕੇ ਸਕਦੇ ਆ ਲਓ ਜੀ, ਆਨਸਰ। ਤੁਸੀਂ ਟੀਵੀ ਤੇ ਜਵਾਬ ਸਵਾਲ ਆਪਦਾ ਜਵਾਬ ਸੁਣੋ। ਥੈਂਕਸ ਫॉर ਕਾਲਿੰਗ। ਹਾਂਜੀ ਦੱਤਾ ਸਾਹਿਬ। ਨੱਥ ਸਾਹਿਬ, ਪਹਿਲੀ ਗੱਲ ਤਾਂ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਤੇ ਜਿੰਨੀਆਂ ਵੀ ਐਪਲੀਕੇਸ਼ਨ ਲੱਗਦੀਆਂ ਹੈਗੀਆਂ ਸਿਰਫ 10% ਥਰੂ ਹੁੰਦੀਆਂ, 90% ਆਫ ਦਾ ਐਪਲੀਕੇਸ਼ਨਸ ਰਿਫਿਊਜ਼ ਹੁੰਦੀਆਂ ਜੀ। ਓਕੇ ਐਂਡ ਕੋਈ ਵੀ ਕੰਸਲਟੈਂਟ ਲਾਇਰ ਨਹੀਂ ਦੱਸਦਾ ਕਿ ਇੰਨਾ ਰਿਫਿਊਜ਼ਲ ਰੇਟ ਇੰਨਾ ਹਾਈ ਹੈਗਾ, ਬਟ ਅਸੀਂ ਹਰ ਪ੍ਰੋਗਰਾਮ ਤੇ ਆ ਕੇ ਜਦੋਂ ਵੀ ਕੋਈ ਇਹੋ ਜਿਹਾ ਸਵਾਲ ਆਸਦਾ, ਵੀ ਕਲੀਅਰਲੀ ਸੁਜੈਸਟ ਯੂ ਐਂਡ ਟੈਲ ਯੂ ਕਿ ਭਾਈ ਜਿਹੜੇ ਚਾਂਸਸ ਹੈਗੇ ਨੇ ਪਿਕ ਹੋਣ ਦੇ ਉਹ ਸਿਰਫ 10% ਹੈਗੇ ਨੇ। ਉਹ ਵੀ ਉਹਨਾਂ ਤੇ ਡਿਪੈਂਡ ਕਰੇਗਾ ਕਿ ਤੁਹਾਡੇ ਸਪੋਰਟਿੰਗ ਐਵੀਡੈਂਸਸ, ਡਾਕੂਮੈਂਟੇਸ਼ਨਸ ਤੁਸੀਂ ਕੀ ਪ੍ਰੋਵਾਈਡ ਕਰ ਰਹੇ ਹੋ। ਐਂਡ ਬਟ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ, ਜੇ ਤੁਹਾਡੇ ਆਪਣੇ ਮਦਰ ਵਾਸਤੇ ਕਰ ਰਹੇ ਹੋ ਤੇ ਐਟਲੀਸਟ ਸੁਪਰ ਵੀਜ਼ਾ ਤੇ ਮਦਰ ਨੂੰ ਕੈਨੇਡਾ ਜ਼ਰੂਰ ਲੈ ਆਓ, ਤਾਂ ਕਿ ਉਹ 2 ਸਾਲ ਤੁਹਾਡੇ ਨਾਲ ਰਹਿ ਸਕਣ, ਬੱਚਿਆਂ ਦੇ ਨਾਲ, ਤੁਹਾਡੇ ਨਾਲ ਤੇ ਗ੍ਰੈਂਡ ਚਿਲਡਰਨ ਦੇ ਨਾਲ ਰਹਿ ਕੇ ਨਾ ਬਜ਼ੁਰਗਾਂ ਦਾ ਇੱਕਦਮ ਹੀ ਕਹਿੰਦੇ ਮੂਲ ਨਾਲੋਂ ਵਿਆਜ ਚੰਗਾ ਲੱਗਦਾ ਆ, ਪਿਆਰਾ ਹੁੰਦਾ ਆ। ਤੇ ਜਦੋਂ ਬਜ਼ੁਰਗ ਬੱਚਿਆਂ ਨਾਲ ਰਹਿੰਦੇ ਤੇ ਉਹ ਕਈ ਵਾਰੀ ਆਪਣੇ ਗਮ ਭੁੱਲ ਜਾਂਦੇ ਨੇ ਤੇ ਉਹ ਬੱਚਿਆਂ ਦੇ ਨਾਲ ਬੱਚੇ ਬਣ ਜਾਂਦੇ ਨੇ। ਬਿਲਕੁਲ। ਸੋ ਤੇ ਯੈਸ, ਜਿਹੜਾ ਅਕਤੂਬਰ ਦੀ ਗੱਲ ਕੀਤੀ ਜੀ, ਅਕਤੂਬਰ ਵਰਗੀ ਕੋਈ ਗੱਲ ਨਹੀਂ ਹੈਗੀ, ਸਾਲ ਦੇ ਵਿੱਚ ਜਦੋਂ ਮਰਜ਼ੀ ਲੱਗ ਸਕਦੀ ਹੈ। ਐਂਡ ਜਿਹੜੀ ਸਪਾਂਸਰਸ਼ਿਪ ਦੀ ਗੱਲ ਹੈ, ਐਬਸੋਲੂਟਲੀ ਇਸ ਵਾਰੀ 30,000 ਐਪਲੀਕੇਸ਼ਨ ਲਿੱਤੀ ਜਾਣੀਆਂ ਹੈਗੀਆਂ, ਉਹਦੇ ਉੱਤੇ ਕੰਮ ਹੋ ਰਿਹਾ। ਐਂਡ ਹੋਪਫੁਲੀ ਇਹ ਐਪਲੀਕੇਸ਼ਨਸ 3rd ਕੁਆਟਰ ਦੇ ਵਿੱਚ ਲਿੱਤੀਆਂ ਜਾਣਗੀਆਂ, ਬਟ ਐਜ਼ ਆਫ ਟੁਡੇ ਕੋਈ ਅਪਡੇਟ ਉਹਦੇ ਤੇ ਨਹੀਂ ਹੈ। ਸੋ 3rd ਕੁਆਟਰ ਮੀਨ ਜੂਨ ਤੋਂ ਬਾਅਦ ਜੂਨ ਤੋਂ ਬਾਅਦ ਚਾਂਸ ਹੁੰਦੇ ਆ। ਦੱਤਾ ਸਾਹਿਬ, ਇੱਕ ਮੈਂ ਅੱਜ ਨਿਊਜ਼ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ RTI ਦੀਆਂ ਬਹੁਤ ਐਪਲੀਕੇਸ਼ਨ ਗਈਆਂ ਨੇ, ਕਿਉਂਕਿ ਕਹਿੰਦੇ ਕੋਈ ਦੱਸਿਆ ਨਹੀਂ ਜਾ ਰਿਹਾ ਕਿਸ ਦਾ ਜਿਹਦਾ ਕੇਸ ਰਿਜੈਕਟ ਹੁੰਦਾ ਜਾਂ ਕੁਛ ਹੋਰ ਹੁੰਦਾ, ਕੋਈ ਪ੍ਰੋਬਲਮ ਆਈ ਹੋਈ ਹੈ, ਉਹ ਕਿੱਥੇ ਪ੍ਰੋਸੀਡ ਕਰਕੇ ਗਿਆ ਹੈ। ਸੋ ਰਾਈਟ ਟੂ ਇਨਫੋਰਮੇਸ਼ਨ ਦੇ ਅੰਤਰਗਤ ਬਹੁਤ ਲੋਕ ਨੇ ਜਿਨ੍ਹਾਂ ਨੇ ਇਹ ਐਪਲੀਕੇਸ਼ਨਸ ਪਾਈਆਂ ਹੋਈਆਂ ਨੇ। ਇਹ ਕੀ ਕਾਰਨ ਆ, ਔਰ ਜੇ RTI ਦੇ ਅੰਡਰ ਤੁਸੀਂ ਇਨਫੋਰਮੇਸ਼ਨ ਚਾਹੁੰਦੇ ਹੋ ਤੁਸੀਂ, ਤਾਂ ਕੀ ਤੁਹਾਨੂੰ ਜਦੇ ਮਿਲ ਜਾਂਦੀ ਹੈ ਤੇ ਉਹਨੂੰ ਸਮਾਂ ਲੱਗਦਾ? ਨਾਰਮਲੀ ਨੱਥ ਸਾਹਿਬ, ਇਹਨੂੰ ਪ੍ਰੋਸੈਸਿੰਗ ਟਾਈਮ ਹੈਗਾ ਜੀ 4 ਤੋਂ 8 ਹਫ਼ਤਿਆਂ ਦਾ, ਨਾਰਮਲ ਪ੍ਰੋਸੈਸਿੰਗ ਟਾਈਮ। ਤੇ ਇਹਦੇ ਤਹਿਤ ਤੁਸੀਂ ਇਨਫੋਰਮੇਸ਼ਨ ਪੁੱਲ ਆਊਟ ਕਰ ਸਕਦੇ ਹੋ ਕਿ ਕਿੱਥੇ ਫਾਈਲ ਖੜੀ ਹੈ ਮੇਰੀ। ਬਟ ਐਜ਼ ਆਫ ਟੂਡੇ ਜਦੋਂ ਵੀ ਤੁਸੀਂ ਇਨਫੋਰਮੇਸ਼ਨ ਪੁੱਲ ਆਊਟ ਕਰੋਗੇ, ਬਹੁਤ ਸਾਰੀ ਇਨਫੋਰਮੇਸ਼ਨ ਨਿਕਲ ਕੇ ਨਹੀਂ ਆਏਗੀ। ਉਹਦਾ ਰੀਜ਼ਨ ਹੈਗਾ ਕਿ ਇਸ ਟਾਈਮ ਕਿਸੇ ਵੀ ਫਾਈਲ ਦੇ ਉੱਤੇ, ਬੜੇ ਕੱਟ ਫਾਈਲਾਂ ਦੇ ਉੱਤੇ ਐਕਚੁਅਲੀ ਕੰਮ ਹੋ ਰਿਹਾ। ਜੇ ਇੰਡੀਆ ਤੋਂ ਗੱਲ ਕਰੀਏ, ਇੰਡੀਆ ਤੋਂ ਜਿਹੜੀ ਮੂਵਮੈਂਟ ਆਫ ਐਪਲੀਕੇਸ਼ਨਸ ਇਜ਼ ਰੀਅਲੀ ਸਲੋ, ਐਂਡ ਬਿਕੋਜ਼ ਉੱਥੇ ਵੀਜ਼ਾ ਆਫਿਸਿਸ ਤਕਰੀਬਨ ਖਾਲੀ ਹੈਗੇ ਨੇ, ਬਿਕੋਜ਼ ਆਫਿਸਰਸ ਕੰਮ ਤੇ ਨਹੀਂ ਆ ਰਹੇ। ਐਂਡ ਸਿਚੁਏਸ਼ਨ ਹੀ ਇਹੋ ਜਿਹੀ ਬਣੀ ਹੋਈ ਹੈ ਕਿ ਇਟ ਇਜ਼ ਮੋਰ ਔਰ ਲੈਸ ਵਰਕ ਫਰੋਮ ਹੋਮ। ਤੇ ਵਰਕ ਫਰੋਮ ਹੋਮ ਦੇ ਵਿੱਚ everything is taking a lot of time। ਤੁਸੀਂ ਇਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਿਛਲੇ ਸਾਲ ਦੇ ਵਿੱਚ 2020 ਦੇ ਵਿੱਚ ਜਾਂ 2019 ਦੇ ਵਿੱਚ ਜਿਨ੍ਹਾਂ ਦੇ COPR ਇਸ਼ੂ ਹੋਏ ਸੀ, ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀਜ਼, ਉਹ ਐਕਸਪਾਇਰ ਹੋ ਗਿਆ, ਦੁਬਾਰਾ ਰੀਇਸ਼ੂ ਨਹੀਂ ਹੋ ਸਕੀਆਂ, ਬਿਕੋਜ਼ ਗਵਰਨਮੈਂਟ ਦੇ ਕੋਲ ਉਹ ਰਿਸੋਰਸਿਸ ਇਸ ਟਾਈਮ ਨਹੀਂ ਹੈਗੇ, ਨਾ ਹੀ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਉਹ ਐਪਲੀਕੇਸ਼ਨਸ ਮੂਵ ਹੋ ਸਕਦੀਆਂ ਪਈਆਂ, ਨਾ ਐਪਲੀਕੈਂਟਸ ਮੂਵ ਹੋ ਸਕਦੀਆਂ। ਸੋ everything will take time ਜੀ। only thing is we have to be patient and RTI ਪਾਉਣ ਨਾਲ ਕੋਈ ਆਊਟਕਮ ਨਿਕਲ ਕੇ ਨਹੀਂ ਆਣੀ। ਇਹ ਜਿਹੜੀ ਤੁਸੀਂ COPR ਦੀ ਗੱਲ ਕੀਤੀ ਹੈ, ਜਦੋਂ ਇਹ ਕੋਈ ਆਈਡੀਆ ਹੈ ਵੀ ਉਹ ਐਕਸਪਾਇਰ ਤਾਂ ਹੋ ਗਏ ਨੇ, ਦੁਬਾਰੇ ਫਿਰ ਉਹ ਜੇ ਐਕਸਪਾਇਰ ਹੋ ਵੀ ਗਏ ਨੇ, ਸਟਿਲ ਇਟ ਇਜ਼ ਜਿਹੜਾ ਸਟੇਟਸ ਹੈਗਾ, ਸਟੇਟਸ ਕੋਈ ਹੈ ਜਿਹੜਾ ਪਹਿਲਾਂ ਉਹਨਾਂ ਨੂੰ ਸੀਗਾ, ਜਾਂ ਉਹ 'ਚ ਵੀ ਕੋਈ ਫਰਕ ਪੈ ਜਾਏਗਾ? ਨਹੀਂ, ਉਹ PR ਹੀ ਰਹਿਣਗੇ, ਬਟ ਉਹਨਾਂ ਨੂੰ COPR ਨਵੇਂ ਇਸ਼ੂ ਹੋਣਗੇ ਜਦੋਂ ਟਰੈਵਲ ਰਿਸਟ੍ਰਿਕਸ਼ਨਸ ਖਤਮ ਹੋਣਗੀਆਂ। ਅੱਛਾ ਜੀ, ਉਸ ਜਾਣ ਦੀ ਕੋਈ ਐਸੀ ਉਹਨੂੰ ਫਿਕਰ ਵਾਲੀ ਗੱਲ ਨਹੀਂ ਹੈ, ਦੁਬਾਰੇ ਇਸ਼ੂ ਜ਼ਰੂਰ ਹੋਣਗੀਆਂ ਕੋਈ, ਬਿਕਾਜ਼ ਸਾਰਾ ਕੁਝ ਇਸ ਵੇਲੇ ਠੱਪ ਪਿਆ, ਇਸ ਕਰਕੇ ਇਹ ਗੱਲ ਹੈਗੀ ਹੈ। ਤਾਂ ਸਾਹਿਬ, ਕੋਈ ਵਿਜ਼ਟਰ ਆ ਜਾਂਦਾ ਹੈ ਇਸ ਕੰਟਰੀ 'ਚ, ਰਹਿੰਦੇ ਨੇ, ਚੰਗਾ ਲੱਗਦਾ ਉਹਨਾਂ ਨੂੰ, ਤੇ ਉਹ ਸੋਚਦੇ ਆ ਵੀ ਕਿਉਂ ਨਾ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕੀਤਾ ਜਾਵੇ, ਜਾਂ ਇੱਥੇ ਪੱਕੇ ਹੋਣ ਦਾ ਕੋਈ ਗੱਲ ਬਣ ਸਕਦੀ ਹੋਵੇ। ਕੋਈ ਹੈ ਐਸਾ ਢੰਗ ਵੀ ਜੀ ਕੋਈ ਇੱਥੇ ਐਜ਼ ਏ ਵਿਜ਼ਟਰ ਆਇਆ ਹੋਵੇ ਤੇ ਉਹ ਇੱਥੇ ਰਹਿ ਕੇ ਹੀ ਪੱਕਾ ਹੋ ਸਕਦਾ, ਜਾਂ ਕਿ ਉਹਨੂੰ ਬਾਹਰ ਜਿਹੜੇ ਦੇਸ਼ 'ਚੋਂ ਵੀ ਆਇਆ ਉੱਥੋਂ ਜਾ ਕੇ ਉਹਨੂੰ ਆਪਣੀ ਕਾਰਵਾਈ ਸ਼ੁਰੂ ਕਰਨੀ ਪਵੇਗੀ? ਨੱਥ ਸਾਹਿਬ, ਬਹੁਤ ਵਧੀਆ ਸਵਾਲ ਹੈ ਜੀ। ਪਿਛਲੇ ਸਾਲ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਸੀ ਨਾ ਨੱਥ ਸਾਹਿਬ, ਤੇ ਗਵਰਨਮੈਂਟ ਨੇ ਇੱਕ ਪਬਲਿਕ ਪਾਲਿਸੀ ਇਸ਼ੂ ਕੀਤੀ ਸੀਗੀ। ਉਸ ਪਾਲਿਸੀ ਦੇ ਤਹਿਤ ਉਹਨਾਂ ਨੇ ਡਿਸੀਜਨ ਲਿੱਤਾ ਸੀਗਾ ਕਿ ਜਿਹੜੇ ਵੀ ਵਿਜ਼ਟਰ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ, ਬਿਕੋਜ਼ ਟਰੈਵਲ ਰਿਸਟ੍ਰਿਕਸ਼ਨ ਕਰਕੇ ਉਹ ਟਰੈਵਲ ਆਊਟ ਤਾਂ ਕਰ ਨਹੀਂ ਸਕਦੇ। ਸੋ ਜੇ ਟਰੈਵਲ ਆਊਟ ਨਹੀਂ ਕਰ ਸਕਦੇ ਤੇ ਇਹੋ ਜਿਹੇ ਵਰਕਫੋਰਸ ਨੂੰ ਅਸੀਂ ਯੂਜ਼ ਕਰੀਏ ਪ੍ਰੋਪਰਲੀ।
ਸੋ ਐਸੇ ਕਰਕੇ ਉਹ ਪਬਲਿਕ ਪਾਲਿਸੀ ਅਨਾਉਂਸ ਕੀਤੀ ਗਈ ਸੀ ਜੇ ਉਹ ਇੱਥੇ ਕੋਈ ਵੀ ਵਿਜ਼ਟਰ ਹੈਗਾ ਉਹਨਾਂ ਨੂੰ ਕਿਸੇ ਕੈਨੇਡੀਅਨ EMPLOYER ਤੋਂ ਜੌਬ ਆਫਰ ਮਿਲ ਜਾਂਦਾ ਮਤਲਬ LMIA ਮਿਲ ਜਾਂਦਾ ਹੈਗਾ ਤੇ ਵਿਦਿਨ ਕੈਨੇਡਾ ਉਹਨਾਂ ਦਾ ਸਟੇਟਸ ਚੇਂਜ ਹੋ ਸਕਦਾ ਵਰਕ ਪਰਮਿਟ ਹੁਣ ਅੱਛਾ ਜਿਹੜੇ ਲਾਸਟ ਈਅਰ ਨੱਥ ਸਾਹਿਬ ਜਿਨ੍ਹਾਂ ਨੇ ਵਰਕ ਪਰਮਿਟ ਲਿੱਤਾ ਸੀਗਾ ਉਹਨਾਂ ਦਾ 1-1 ਸਾਲ ਕੰਪਲੀਟ ਹੋਣ ਵਾਲਾ ਹੋ ਗਿਆ ਐਂਡ ਜੇ ਉਹ ਖੇਤੀਬਾੜੀ ਦੇ ਤੌਰ ਤੇ ਫਾਰਮ ਦੇ ਵਿੱਚ ਕੰਮ ਕਰ ਰਹੇ ਨੇ ਕੰਸਟਰਕਸ਼ਨ ਇੰਡਸਟਰੀ ਦੇ ਕੰਮ ਕਰ ਰਹੇ ਨੇ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰ ਰਹੇ ਨੇ ਸਿਕਿਉਰਿਟੀ ਗਾਰਡ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਹਰ ਐਪਲੀਕੈਂਟ ਜੇ ਉਹਦੇ ਕੋਲ ਗ੍ਰੇਡ 12 ਹੈਗੀ ਹੈ 4 ਬੈਂਡ ਆਈਲੈਟ ਦੇ ਹੈਗੇ ਨੇ ਤੇ PR ਦੀ ਐਪਲੀਕੇਸ਼ਨ ਲੱਗ ਸਕਦੀ ਹੈ ਵਿਦ ਫੈਮਿਲੀ ਓਕੇ ਮੈਂ ਸੋ ਤੁਹਾਨੂੰ ਆਪਸ਼ਨਸ ਇੱਥੇ ਸਟਾਪ ਕਰਨ ਲੱਗਿਆ ਮੈਂ ਕਾਲ ਆਲਾ ਦੋਗੇ ਫਿਰ ਸ਼ੁਰੂ ਕਰਨੇ ਆ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਸੀਂ ਮਨੀਟੋਬਾ ਤੋਂ ਬੋਲਦਾ ਜੀ ਮੈਂ ਮੇਰੀ ਬੇਟੀ ਦੀ ਫਾਈਲ ਆਈ ਸੀ PNP ਦੇ ਵਿੱਚ ਮਨੀਟੋਬਾ ਤੋਂ ਹਾਂਜੀ ਤੇ ਉਹ ਮਈ 2019 ਚ ਲੱਗੀ ਸੀ ਜੀ ਅਕਤੂਬਰ 2019 ਚ ਉਹਦਾ ਮੈਡੀਕਲ ਹੋ ਗਿਆ ਸੀਗਾ ਜੀ ਹਾਂਜੀ PR ਵਾਸਤੇ ਫਾਈਲ ਲੱਗੀ ਸੀ ਤੇ ਅਕਤੂਬਰ 2020 ਨੂੰ ਉਹਦੀ ਲਾਈਨਿੰਗ ਸ਼ੀਟ ਭਰਵਾ ਲਈ ਸੀ ਤੇ ਉਸ ਤੋਂ ਬਾਅਦ ਉਹਦਾ ਕੁਝ ਨਹੀਂ ਆਇਆ ਉਹਦਾ ਹੁਣ ਕਿੰਨਾ ਚਿਰ ਵੇਟ ਕਰਨੀ ਦੱਤਾ ਸਾਹਿਬ ਤੁਹਾਨੂੰ ਸਵਾਲ ਸੁਣ ਗਿਆ ਜੀ ਹਾਂਜੀ ਸਵਾਲ ਸੁਣ ਗਏ ਜੀ ਇਹਨਾਂ ਦੀ ਬੇਟੀ ਕਿੱਥੇ ਹੈਗੀ ਹੈ ਇੰਡੀਆ 'ਚ ਹੈਗੇ ਨੇ ਕਿ ਇੱਥੇ ਹੈਗੇ ਤੁਹਾਡੀ ਨੇ ਬੇਟੀ ਇੰਡੀਆ 'ਚ ਹੈ ਜੀ ਜਾਂ ਇੱਥੇ ਹੈ ਇੰਡੀਆ ਚ ਇੰਡੀਆ 'ਚ ਨਹੀਂ ਦੱਤਾ ਸਾਹਿਬ ਜੀ ਬਿਲਕੁਲ ਇਹਨਾਂ ਨੂੰ ਅਸੀਂ ਆਨਲਾਈਨ ਆਨਸਰ ਲਓ ਦੇਣੇ ਜੀ ਅਸੀਂ ਤੁਹਾਨੂੰ ਸਕਰੀਨ ਤੇ ਆਨਸਰ ਦਿੰਦੇ ਹਾਂ ਜੀ ਥੈਂਕ ਯੂ ਹਾਂਜੀ ਦੱਤਾ ਸਾਹਿਬ ਨੱਥ ਸਾਹਿਬ ਇਹ ਵੀ ਉਸੇ ਕੈਟੇਗਰੀ ਦੇ ਵਿੱਚ ਫਾਲ ਕਰਦੇ ਨੇ ਬਿਕੋਜ਼ ਇੰਡੀਆ ਤੋਂ ਕੋਈ ਵੀ ਮੂਵਮੈਂਟ ਅੱਜ ਦੀ ਤਰੀਕ ਦੇ ਵਿੱਚ ਨਹੀਂ ਹੋ ਰਹੀ ਜੀ ਸੋ ਸਾਰੀਆਂ ਫਾਈਲਾਂ ਅਬਾਇੰਸ ਦੇ ਵਿੱਚ ਪਈਆਂ ਅਸੀਂ LMIA ਦੀ ਗੱਲ ਕਰ ਲਈਏ ਅਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਦੀ ਗੱਲ ਕਰ ਲਈਏ ਅਸੀਂ COPR ਨਵੇਂ ਇਸ਼ੂ ਹੋਣ ਦੀ ਗੱਲ ਕਰ ਲਈਏ ਅਸੀਂ PNP ਦੀ ਅੱਗੇ ਲਾਸਟ ਸਟੇਜ ਦੀ ਗੱਲ ਕਰ ਲਈਏ ਸੋ ਇਹਨਾਂ ਨੂੰ ਥੋੜਾ ਜਿਹਾ ਹੋਰ ਇੰਤਜ਼ਾਰ ਕਰਨਾ ਪਏਗਾ ਜਦੋਂ ਟਰੈਵਲ ਰੈਸਟ੍ਰਿਕਸ਼ਨਸ ਖਤਮ ਹੋਣਗੀਆਂ ਬੈਕਲੌਗ ਹਿਲਣਾ ਸ਼ੁਰੂ ਹੋਏਗਾ ਤਾਂ ਇਹਨਾਂ ਦੀ ਫਾਈਲਸ ਇਹਨਾਂ ਦੀ ਬੇਟੀ ਦੀ ਫਾਈਲ ਪ੍ਰੋਸੈਸਿੰਗ ਆਏਗੀ ਥੈਂਕ ਯੂ ਜੀ ਤੇ ਆਪਾਂ ਜਿਹੜਾ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਜੀ ਇਹ ਇੱਕ ਮਿੰਟ ਕਾਲ ਹੋ ਰਹੀ ਹੈ ਖਿਲਾਰਾਂ ਜੀ ਮੈਂ ਇੱਕ ਮਿੰਟ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੀ ਸਵਾਲ ਹੈ ਜੀ ਦੱਤਾ ਸਾਹਿਬ ਵਾਸਤੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਆਪਾਂ ਕੁਐਸਚਨ ਪੁੱਛਣਾ ਸੀਗਾ ਕਿ ਹਾਂਜੀ। ਮੇਰੀ ਸਿਸਟਰ ਇਨ ਲਾ ਆਈ ਹੋਈ ਹੈ ਇੱਥੇ ਹਾਂਜੀ ਕੇਅਰ ਗਿਵਰ ਦੇ ਬੇਸ ਤੇ ਜਿਹੜਾ ਮੇਰਾ ਬ੍ਰਦਰ ਹੈ ਉਹ ਹਾਂਗਕਾਂਗ ਚ ਹੈਗੇ ਆ ਜੀ ਮਤਲਬ ਮੇਰੀ ਸਿਸਟਰ ਇਨ ਲਾ ਵੀ ਹਾਂਗਕਾਂਗ ਤੋਂ ਹੀ ਆਈ ਆ ਜੀ ਤੇ ਉਹਨਾਂ ਦਾ ਉੱਥੇ ਨਾ ਲਾਈਕ ਪੁਲਿਸ ਕਲੀਅਰੈਂਸ ਸਰਟੀਫਿਕੇਟ ਉਹਨਾਂ ਨੂੰ ਉੱਥੋਂ ਮਿਲਣਾ ਨਹੀਂ ਹੈਗਾ ਬਿਕਾਜ਼ ਉਹਨਾਂ ਦੀ ਕਾਫੀ ਟਾਈਮ ਪਹਿਲਾਂ ਕੋਈ ਪ੍ਰੋਬਲਮ ਹੋ ਗਈ ਸੀ ਅਰਾਊਂਡ 10 ਸਾਲ ਪਹਿਲਾਂ ਹਾਂਜੀ ਤੇ ਹੁਣ ਮਤਲਬ ਵੀ ਉਹ ਇੱਥੇ ਫਿਰ PR ਲਾ ਸਕਦੇ ਕਿ ਨਹੀਂ ਲਾ ਸਕਦੇ ਦੱਤਾ ਸਾਹਿਬ ਤੁਹਾਨੂੰ ਸਵਾਲ ਸੁਣ ਗਿਆ ਜੀ ਜੀ ਇਹਨਾਂ ਦੀ ਸਿਸਟਰ ਹਾਂਗਕਾਂਗ ਤੋਂ ਆਈ ਨੇ ਤੇ ਕੇਅਰਟੇਕਰ ਦੇ ਤੌਰ ਤੇ ਆਏ ਨੇ ਜੀ ਤੇ ਬ੍ਰਦਰ ਹਾਂਗਕਾਂਗ ਦੇ ਵਿੱਚ ਹੀ ਨੇ ਉੱਥੇ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਸੀ ਜਿਹਦੇ ਕਰਕੇ ਉਹਨਾਂ ਨੂੰ ਪੁਲਿਸ ਰਿਪੋਰਟ ਦੇ ਚਾਂਸਸ ਬਹੁਤ ਘੱਟ ਨੇ ਕਿਸੇ ਹਿਸਾਬ ਦੇ ਵਿੱਚ ਕੀ ਲਾ ਸਕਦੇ ਇਹਨਾਂ ਆਪਾਂ ਸਕਰੀਨ ਤੇ ਆਨਸਰ ਦਈਏ ਜੀ ਜੀ ਓਕੇ ਜੀ ਥੈਂਕਸ ਫॉर ਕਾਲਿੰਗ ਜੀ ਤੁਹਾਨੂੰ ਹਾਂਜੀ, ਸਕਰੀਨ ਤੇ ਆਨਸਰ ਦਿੰਦੇ ਥੈਂਕ ਯੂ ਹਾਂਜੀ ਦੱਤਾ ਸਾਹਿਬ ਨੱਥ ਸਾਹਿਬ ਜਦੋਂ ਵੀ PR ਦੀ ਐਪਲੀਕੇਸ਼ਨ ਲੱਗਦੀ ਹੈਗੀ ਹੈ ਜੀ ਤੇ ਪੁਲਿਸ ਕਲੀਅਰੈਂਸ ਪ੍ਰੋਵਾਈਡ ਕਰਨਾ ਹੁੰਦਾ ਹੈ ਹਰ ਕੰਟਰੀ ਤੋਂ ਜਿੱਥੇ 18 ਸਾਲ ਤੋਂ ਬਾਅਦ ਤੁਸੀਂ 6 ਮਹੀਨੇ ਤੋਂ ਵੱਧ ਰਹੇ ਹੋ ਤਾਂ ਜਿਸ ਅੱਛਾ। ਕੰਟਰੀ ਦੇ ਵਿੱਚ 6 ਮਹੀਨੇ ਤੋਂ ਵੱਧ ਰਹੇ ਹੈਗੇ ਨੇ ਉੱਥੇ ਉਹ ਪ੍ਰੋਵਾਈਡ ਕਰਨਾ ਪਏਗਾ ਐਂਡ ਜੇ ਉਹ ਪ੍ਰੋਵਾਈਡ ਨਹੀਂ ਕਰਨਗੇ ਤੇ ਉਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਜਾਣਗੇ ਤੇ ਆਫੀਸਰ ਉਹਨਾਂ ਨੂੰ ਕੁਐਸਚਨ ਜ਼ਰੂਰ ਕਰੇਗਾ ਕਿ ਜੇ ਤੁਸੀਂ ਇਨਫੋਰਮੇਸ਼ਨ ਆ ਦਿੱਤੀ ਸੀਗੀ ਤੇ ਤੁਸੀਂ ਕਿਉਂ ਨਹੀਂ ਪ੍ਰੋਵਾਈਡ ਕਰ ਪਾ ਰਹੇ ਜੀ ਸੋ ਕੋਸ਼ਿਸ਼ ਕਰੋ ਜੀ ਕਿ ਉਹ ਹੋ ਜਾਏ ਤੇ ਉਹ ਬੈਟਰ ਹੈਗਾ ਨਹੀਂ ਤੇ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਹੋਣੀ ਮੁਸ਼ਕਲ ਹੋਏਗੀ ਹਾਂ ਜਿਹੜੇ ਵੀ ਕੰਸਲਟੈਂਟ ਲਾਇਰ ਤੋਂ ਤੁਸੀਂ ਆਪਣਾ ਕੇਸ ਭਰਾਇਆ ਸੀਗਾ ਉਹਨਾਂ ਤੋਂ ਕਾਗਜ਼ ਜਾਂ ਜਿਹੜੇ ਤੋਂ ਤੁਸੀਂ ਟਰਸਟ ਕਰਦੇ ਹੋ ਉਹਨਾਂ ਨਾਲ ਬੈਠ ਕੇ ਇੱਕ ਵਾਰੀ ਇਹ ਸਾਰੇ ਸਰਕਮਸਟੈਂਸਸ ਡਿਸਕਸ ਕਰੋ ਤਾਂ ਕਿ ਉਹ ਤੁਹਾਨੂੰ ਕੋਈ ਨਾ ਕੋਈ ਸੁਜੈਸ਼ਨ ਜ਼ਰੂਰ ਦੇ ਸਕਣ ਫਿਰ ਦੱਤਾ ਸਾਹਿਬ ਇਹ ਤਾਂ ਗੱਲ ਐਸੀ ਹੋ ਗਈ ਮੈਂ ਪਹਿਲਾਂ ਕਾਲ ਲਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੀ ਸਵਾਲ ਹੈ ਜੀ ਮੈਂ ਜੀ ਐਪਲ ਸਕੂਲ ਤੋਂ ਬੋਲ ਰਿਹਾ ਜੀ ਅਰਸ਼ ਤੇ ਮੇਰਾ ਸਵਾਲ ਇਹ ਸੀਗਾ ਕਿ ਸਾਨੂੰ ਕਰੀਬ ਇੱਥੇ ਆਇਆਂ ਨੂੰ 1 ਸਾਲ ਹੋ ਗਏ ਆ ਜੀ। ਕੈਨੇਡਾ ਦੇ ਵਿੱਚ ਸਾਡੇ ਬੱਚੇ ਇੱਥੇ ਸਿਟੀਜ਼ਨ ਆ ਜੀ। ਤੇ ਸਾਡੇ ਕੋਲ ਵਰਕ ਪਰਮਿਟ ਵੀ ਹੈਗਾ ਪਰ ਅਸੀਂ ਜਿਹੜੇ ਪੇਰੈਂਟਸ ਸਾਰਿਆਂ 'ਚ ਵੀ ਪਾਉਂਦੇ ਰਹੇ ਆ ਉਹਦੇ 'ਚ ਵੀ ਨਹੀਂ ਵਾਰੀ ਆਈ ਤੇ ਹੁਣ ਜਿੱਦਾਂ ਜਿਹੜਾ HNC ਆ ਉਹਦੇ 'ਚ ਕੀ ਚਾਂਸ ਬਣ ਸਕਦਾ ਜਾਂ ਕਿ ਕਿਹੜਾ ਤਰੀਕਾ ਹੋ ਸਕਦਾ ਸੀ ਇੱਥੇ PR ਹੋ ਜੀ ਦੱਤਾ ਸਾਹਿਬ ਸੁਣ ਗਿਆ ਤੁਹਾਨੂੰ ਸਵਾਲ ਜੀ ਮੈਨੂੰ ਸਵਾਲ ਹੀ ਸੁਣਿਆ ਨੱਥ ਸਾਹਿਬ ਨੇ ਤੁਹਾਨੂੰ ਮੈਂ ਰਿਪੀਟ ਥੋੜ੍ਹਾ ਕਰਨਾ repeat ਪਏਗਾ ਕਰ ਦਿੰਦਾ ਪਲੀਜ਼ ਜੀ ਇਹਨਾਂ ਦੇ ਬੱਚੇ ਇੱਥੇ ਨੇ ਜੀ ਇਹਨਾਂ ਦੇ ਬੱਚੇ ਸਿਟੀਜ਼ਨ ਨੇ ਇਹਨਾਂ ਨੂੰ ਆਇਆ ਨੂੰ ਜੀ। ਇੱਥੇ 6 ਸਾਲ ਹੋ ਗਏ ਨੇ ਤੇ ਜੀ। ਇਹਨਾਂ ਜੇ ਫਾਈਲ ਕਹਿੰਦੇ HMC ਦੇ ਵਿੱਚ ਜੇ ਅਸੀਂ ਫਾਈਲ ਕਰਦੇ ਹਾਂ ਤਾਂ ਸਾਡੇ ਕਿੰਨੇ ਚਾਂਸ ਹੈਗੇ ਆ ਇਹਨਾਂ ਨੂੰ PR ਮਿਲਣ ਦੇ ਇਹੀ ਸਵਾਲ ਹੈ ਜੀ ਤੁਹਾਡਾ ਹੈਲੋ ਅਰਸ਼ ਜੀ ਹਾਂਜੀ ਹਾਂ ਇਹੀ ਸਵਾਲ ਆ ਨਾ ਤੁਹਾਡਾ ਹਾਂਜੀ ਹਾਂਜੀ ਓਕੇ ਜੀ ਜੀ ਓਕੇ ਜੀ ਤੁਹਾਨੂੰ ਸਕਰੀਨ ਤੇ ਆਨਸਰ ਦਿੰਦੇ ਜੀ ਥੈਂਕ ਯੂ ਜੀ
ਹਾਂਜੀ ਦੱਤਾ ਸਾਹਿਬ, ਪਹਿਲਾਂ ਵੀ ਆਪਾਂ ਨੱਥ ਇਹਦੇ ਬਾਰੇ ਸਾਹਿਬ ਕੁਝ ਗੱਲ ਕੀਤੀ ਹੈ। ਹਾਂਜੀ ਤੁਸੀਂ ਦੱਸੋ ਜੀ। HNC ਦੇ ਵਿੱਚ ਐਪਲੀਕੇਸ਼ਨਸ ਤਾਂ ਹੀ ਸਕਸੈਸਫੁਲ ਹੁੰਦੀਆਂ ਜਦੋਂ ਤੁਹਾਡੇ ਕੋਲ ਕੋਈ ਸਪੋਰਟਿੰਗ ਐਵੀਡੈਂਸਸ, ਡਾਕੂਮੈਂਟੇਸ਼ਨਸ, ਪ੍ਰੂਫ ਇਹੋ ਜਿਹਾ ਹੈਗਾ ਆ ਕਿ ਬੈਕ ਹੋਮ ਤੋਂ ਤੁਹਾਨੂੰ ਰੀਅਲੀ ਕੋਈ ਇਸ਼ੂਜ਼ ਹੈਗੇ ਨੇ ਜੀ ਐਂਡ ਤੁਹਾਡਾ ਉੱਥੇ ਰਹਿਣਾ ਮੁਸ਼ਕਲ ਹੈਗਾ ਆ। ਜੀ ਸੋ ਉਹਨਾਂ ਸਰਕਮਸਟੈਂਸਿਸ ਦੇ ਵਿੱਚ ਹੀ ਐਪਲੀਕੇਸ਼ਨਸ ਪਿਕਅਪ ਹੁੰਦੀਆਂ। ਤਕਰੀਬਨ ਜਿਹੜਾ ਹਰ ਸਾਲ ਦੇ ਵਿੱਚ HNC ਦਾ ਕੋਟਾ ਹੈਗਾ 4000 ਤੋਂ 4500 ਐਪਲੀਕੇਸ਼ਨ ਦਾ ਕੋਟਾ ਹੈਗਾ ਜੀ ਐਂਡ ਜਿੰਨੀਆਂ ਐਪਲੀਕੇਸ਼ਨਸ ਲੱਗਦੀਆਂ ਹੈਗੀਆਂ ਉਹਦੇ ਵਿੱਚ ਸਿਰਫ ਤਕਰੀਬਨ 10% ਐਪਲੀਕੇਸ਼ਨ ਪਿਕ ਹੁੰਦੀਆਂ। ਸੋ ਤੁਸੀਂ ਅੰਦਾਜ਼ਾ ਲਗਾਓ ਕਿ 4500 ਐਪਲੀਕੇਸ਼ਨ ਥਰੂ 450 ਹੁੰਦੀਆਂ ਯਾਰ ਪਈਆਂ ਤਾਂ ਤਕਰੀਬਨ ਕੁਛ ਵੀ ਨਹੀਂ ਹੈ ਜੀ। ਤੇ ਤਕਰੀਬਨ ਕਾਫੀ 450 ਵੱਡੀ ਤਾਦਾਦ 4.5 ਹਾਂਜੀ 45,000 ਦੇ ਆਸ-ਪਾਸ ਐਪਲੀਕੇਸ਼ਨ ਲੱਗ ਰਹੀਆਂ 45000 ਅੱਛਾ ਤੇ ਜੀ। 45,000 ਦੇ ਵਿੱਚੋਂ 4500 ਪਿਕ ਹੋ ਉਹ ਰਹੀਆਂ। ਓਕੇ ਸੌਰੀ ਹਾਂਜੀ ਸੋ ਅੱਛਾ ਅੱਛਾ ਓਕੇ ਜੀ ਤੇ ਉਹਦੇ ਵਿੱਚ ਤਾਂ ਯੂ ਕੈਨ ਵੈਰੀ ਵੈਲ ਇਮੇਜਿਨ ਕਿ ਸਕਸੈਸ ਰੇਟ ਕਿੱਥੇ ਸਟੈਂਡ ਬਿਲਕੁਲ ਕਰਦਾ ਯਾ ਹੈਗਾ ਆ। ਸੋ ਜਿਹਦੇ ਕੋਲ ਸਪੋਰਟਿੰਗ ਐਵੀਡੈਂਸਸ, ਡਾਕੂਮੈਂਟਸ ਐਂਡ ਕੋਈ ਰੀਜ਼ਨਸ ਇਹੋ ਜਿਹੇ ਹੋਣਗੇ ਕਿ ਆਫੀਸਰ ਨੂੰ ਲੱਗੇਗਾ ਕਿ ਯੈਸ HNC ਕੰਡੀਸ਼ਨਸ ਇੱਥੇ ਅਪਲਾਈ ਹੁੰਦੀਆਂ, ਉੱਥੇ ਯੈਸ ਐਪਲੀਕੇਸ਼ਨਸ ਥਰੂ ਵੀ ਹੁੰਦੀ। ਓਕੇ ਉਹ ਦੂਸਰਾ ਸਵਾਲ ਇਹ ਹੈ ਵੀ ਹੁਣ ਉਹ ਇੱਥੇ ਆਏ ਹੋਏ ਨੇ, ਆਪਣੇ ਬੱਚਿਆਂ ਕੋਲ ਰਹਿ ਨੇ, ਸਿਟੀਜ਼ਨਸ ਹੈਗੇ ਨੇ, ਤਾਂ ਫਿਰ ਕੀ ਜੀ ਕੋਈ ਐਸਾ ਢੰਗ ਹੈਗਾ ਕਿ ਉਹ PR ਬਣ ਸਕਣ ਜਾਂ ਇਹ ਤਾਂ ਲੋਟਰੀ ਆ, ਜੇ ਨਾ ਨਿਕਲੀ ਦੈਨ? ਨਹੀਂ ਐਸੇ ਵਾਸਤੇ ਤੇ ਪਬਲਿਕ ਪਾਲਿਸੀ ਆਈ ਹੋਈ ਹੈ ਜੀ ਨੱਥ ਸਾਹਿਬ। ਜਿਸ ਤਰ੍ਹਾਂ ਜੇ ਕੋਈ ਇਹਨਾਂ ਨੂੰ LMI ਦੇ ਦਿੰਦਾ ਹੈਗਾ ਜੋ ਐਕਸਪੀਰੀਅੰਸ ਇਹਨਾਂ ਦੇ ਕੋਲ ਸੀਗਾ, ਹਾਂਜੀ ਸੋ ਆਰਾਮ ਦੇ ਨਾਲ ਪਿਕ ਹੋ ਜਾਏ। ਹੁਣ ਦੇਖੋ ਤੁਸੀਂ ਜਿਹੜਾ ਪਹਿਲਾ ਡਰਾ ਐਕਸਪ੍ਰੈਸ ਐਂਟਰੀ ਦੇ ਅੰਡਰ ਹੋਇਆ ਉਹ 75 ਪੁਆਇੰਟਸ ਦੇ ਕੱਟ ਆਫ ਤੇ ਪਿਕ ਹੋਈਆਂ ਐਪਲੀਕੇਸ਼ਨ 27332 ਐਪਲੀਕੇਸ਼ਨ। ਜੀ ਸੋ 75 ਦਾ ਮਤਲਬ ਹੈਗਾ ਕਿ ਹਰ ਐਪਲੀਕੇਸ਼ਨ ਜਿਹੜੀ ਲੱਗੀ ਸੀਗੀ ਉਹ ਪਿਕ ਹੋ ਗਈ। ਜੀ ਸੋ ਇਹਨਾਂ ਨੂੰ ਵੀ ਉਹ ਆਪਸ਼ਨਸ ਵੀ ਐਕਸਪਲੋਰ ਕਰਨੀਆਂ ਚਾਹੀਦੀਆਂ, ਕੱਲੀ ਇਹਦੇ ਤੇ ਇਕੱਲਾ ਸੋਚਣ ਨੂੰ। ਕਿਉਂ ਨਾ ਜੀ, ਮੈਂ ਤੁਹਾਨੂੰ ਸਲਾਹ ਦੇਵਾਂਗਾ ਜੀ ਕਿ ਤੁਸੀਂ ਪਲੀਜ਼ ਦੱਤਾ ਸਾਹਿਬ ਨੂੰ ਇਹਨਾਂ ਦੇ ਆਫਿਸ ਫੋਨ ਕਰੋ, ਇਹਨਾਂ ਨੂੰ ਅਪਾਇੰਟਮੈਂਟ ਬਣਾਓ ਤੇ ਤੁਹਾਨੂੰ ਤੁਸੀਂ ਕੁਛ ਦੇਰ ਕੁਛ ਹਿੱਸਾ ਕੰਸਲਟੇਸ਼ਨ ਜਿਹੜੀ ਫ੍ਰੀ ਵੀ ਦਿੰਦੇ ਹੋ ਦੱਤਾ ਸਾਹਿਬ? ਹਾਂਜੀ ਬਿਲਕੁਲ ਨੱਥ ਸਾਹਿਬ ਜੇ 4-5 ਸਵਾਲ ਹੈਗੇ ਨੇ ਤੇ ਯੈਸ ਐਬਸੋਲੂਟਲੀ ਕੋਈ ਕੰਸਲਟੇਸ਼ਨ ਦੇ ਚਾਰजेस ਹੈਗੇ ਨੇ, ਹਾਂਜੀ ਬਟ ਨਹੀਂ ਹੈਗੇ। ਹਾਂਜੀ ਬਟ ਜੇ ਤੁਸੀਂ ਕਹੋ ਕਿ ਇਨ ਡੈਪਥ ਜਾ ਕੇ ਅਸੀਂ ਤੁਹਾਡਾ ਸਾਰੀ ਸਰਕਮਸਟੈਂਸਸ ਦੇਖੀਏ, ਸਾਰੇ ਡਾਕੂਮੈਂਟਰੀ ਐਵੀਡੈਂਸਸ ਐਂਡ ਗੋ ਥਰੂ ਕਰੀਏ ਤੇ ਐਬਸੋਲੂਟਲੀ ਅਸੀਂ ਇੱਕ ਸਰਟਨ ਛੋਟੀ ਜਿਹੀ ਟੋਕਨ ਕੰਸਲਟੇਸ਼ਨ ਫੀਸ ਲੈਂਦੇ ਆ। Yeah. ਉਹਦਾ ਰੀਜ਼ਨ ਇਹ ਹੈਗਾ ਕਿ ਅਸੀਂ ਪਹਿਲੀ ਗੱਲ ਤਾਂ ਡੈਪਥ ਦੇ ਵਿੱਚ ਜਾ ਕੇ ਤੁਹਾਡੇ ਨਾਲ 15-20 ਮਿੰਟ ਅੱਧਾ ਘੰਟਾ ਇਨਵੈਸਟ ਕਰ ਰਹੇ ਹਾਂ। ਦੂਸਰੀ ਚੀਜ਼ ਹੈਗੀ ਹੈ ਕਿ ਉਸ ਦੇ ਵਿੱਚ ਜਦੋਂ ਕੋਈ ਤੁਸੀਂ ਸਰਵਿਸਿਜ਼ ਲਓਗੇ ਸਾਡੀਆਂ ਤੇ ਆ ਜਿਹੜੀ ਕੰਸਲਟੇਸ਼ਨ ਫੀਸ ਹੈਗੀ ਉਹਦੇ ਵਿੱਚ ਐਡਜਸਟ ਹੋ ਜਾਂਦੀ ਹੈਗੀ ਹੈ। ਸੋ Okay. ਕੰਸਲਟੇਸ਼ਨ ਫੀਸ ਕੋਈ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਕੋਈ ਮਾਈਂਡ ਕਰੇਗਾ। ਮੈਂ ਮੁੜ ਕੇ ਪਹਿਲੇ ਸਵਾਲ ਤੇ ਫੇਰ ਆਉਣ ਲੱਗਿਆ ਜੀ, ਆਪਣਾ ਉਹ ਵਿੱਚ ਰਹਿ ਗਿਆ ਸੀਗਾ ਕਿ ਜੇ ਕੋਈ ਇੱਥੇ ਜੀ ਆਇਆ ਹੋਇਆ ਤੇ ਉਹ ਕਿਸੇ ਹਿਸਾਬ 'ਚ ਪੱਕਾ ਹੋਣਾ ਚਾਹੁੰਦਾ ਹੈ ਤਾਂ ਤੁਸੀਂ ਉਹਦੇ ਬਾਰੇ ਡਿਟੇਲ 'ਚ ਦੱਸਣ ਲੱਗੇ ਸੀ, ਉਹ ਤੋਂ ਅੱਗੇ ਦੱਸੋਗੇ ਪਲੀਜ਼? ਜੀ ਬਿਲਕੁਲ ਇਸ ਟਾਈਮ ਤੇ ਪਬਲਿਕ ਪਾਲਿਸੀ ਚੱਲ ਰਹੀ ਹੈ ਨਾਥ ਸਾਹਿਬ, ਉਹਦਾ ਫਾਇਦਾ ਲੈਣਾ ਚਾਹੀਦਾ ਹੈਗਾ ਵਿਜ਼ਟਰਸ ਨੂੰ। ਹੁਣ ਇੱਥੇ ਜਿੰਨੇ ਵੀ ਕੈਨੇਡੀਅਨ ਬਿਜ਼ਨਸ ਹੈਗੇ ਨੇ, ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਹੈਗੇ ਨੇ ਜਿਹੜੇ ਸਟਰਗਲ ਕਰ ਰਹੇ ਨੇ ਬਿਕੋਜ਼ ਆਫ ਲੈਕ ਆਫ ਰਿਸੋਰਸਿਸ ਮਤਲਬ ਮੈਨ ਪਾਵਰ। ਸੋ ਬਹੁਤ ਸਾਰੇ ਬਿਜ਼ਨਸਿਸ ਇਹੋ ਜਿਹੇ ਹੈਗੇ ਨੇ ਜਿਹੜੇ ਸਰਵਾਈਵ ਹੀ ਨਹੀਂ ਕਰ ਪਾ ਰਹੇ, ਉਹਨਾਂ ਨੂੰ ਸ਼ਟ ਡਾਊਨ ਕਰਨਾ ਪੈ ਰਿਹਾ ਬਿਕੋਜ਼ ਉਹਨਾਂ ਦੇ ਕੋਲ ਮੈਨ ਪਾਵਰ ਹੀ ਨਹੀਂ ਹੈਗੀ ਉਸ ਬਿਜ਼ਨਸ ਨੂੰ ਰਨ ਕਰਨ ਦੀ। ਅਸੀਂ ਥੋੜਾ ਜਿਹਾ GTA ਤੋਂ ਬਾਹਰ ਨਿਕਲ ਜਾਈਏ ਤੇ ਕਈ ਟਰੱਕਿੰਗ ਕੰਪਨੀਆਂ ਇਹੋ ਜਿਹੀਆਂ ਹੈਗੀਆਂ ਜਿਹੜੇ ਟਰੱਕ ਡਰਾਈਵਰ ਦੇ ਵਾਸਤੇ ਨਵੇਂ ਟਰੱਕ ਖੜੇ ਦੇ ਉਹਨਾਂ ਦੇ ਯਾਰਡ ਦੇ ਵਿੱਚ, ਬਟ ਡਰਾਈਵਰਸ ਨਹੀਂ ਹੈਗੇ। ਇਸੇ ਤਰ੍ਹਾਂ ਕਈ ਇਹੋ ਜਿਹੇ ਵਰਕਰਸ ਰੈਸਟੋਰੈਂਟਸ ਹੈਗੇ ਨੇ ਜਿਨ੍ਹਾਂ ਦੇ ਕੋਲ ਵਰਕਰ ਸਰਵਰਸ ਨਹੀਂ ਹੈਗੇ, ਕੁਕਸ ਨਹੀਂ ਹੈਗੇ, ਸ਼ੈਫਸ ਨਹੀਂ ਹੈਗੇ। ਹੁਣ ਇਸੇ ਤਰ੍ਹਾਂ ਕਈ ਫਾਰਮਸ ਹੈਗੇ ਨੇ, ਹਰ ਸਾਲ ਕੈਨੇਡਾ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਮੈਕਸੀਕੋ ਤੋਂ ਸੀਜ਼ਨਲ ਲੇਬਰਸ ਆਉਂਦੇ ਨੇ। ਸੋ ਕਈ ਫੈਕਟਰੀਜ਼ ਦੇ ਵਿੱਚ ਇਹੋ ਜਿਹੀਆਂ ਰਿਕੁਆਇਰਮੈਂਟਸ ਹੈਗੀਆਂ। ਸੋ ਤੁਸੀਂ ਆਪਣੇ ਆਸ-ਪਾਸ ਆਲਾ ਦੁਆਲਾ ਐਕਸਪਲੋਰ ਕਰੋ। ਹਾਂ LMIA ਦੇ ਵਿੱਚ ਪ੍ਰੋਸੈਸ ਦੇ ਵਿੱਚ ਤੁਹਾਨੂੰ ਹੈਲਪ ਚਾਹੀਦਾ ਤੇ ਅਸੀਂ ICC ਇਮੀਗ੍ਰੇਸ਼ਨ ਦੇ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਵਿਦ ਥਰੂ ਦ ਐਂਟਾਇਰ ਐਪਲੀਕੇਸ਼ਨ ਤੁਹਾਡੇ EMPLOYER ਨੂੰ। ਦੈਟਸ ਗ੍ਰੇਟ ਜੀ। ਇਟ ਮੀਨਸ ਯਾਨੀ ਦੀ ਜਿਹੜਾ ਵੀ ਕੋਈ ਆਉਂਦਾ ਹੈ ਉਹਦੇ ਚਾਂਸਿਸ ਹੁੰਦੇ ਹੈਗੇ ਆ ਵੀ ਕੁਛ ਨਾ ਕੁਛ। ਮੈਂ ਪਹਿਲਾਂ ਕਾਲ ਆ ਲਾਂ ਜੀ ਇੱਕ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਜੀ ਤੁਹਾਡਾ ਦੱਤਾ ਸਾਹਿਬ ਵਾਸਤੇ? ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ। ਮੇਰਾ ਕੁਐਸਚਨ ਹੈਗਾ, ਮੈਂ 2015 ਦੇ ਵਿੱਚ ਮੈਂ PR ਹੋ ਗਿਆ ਸੀਗਾ ਜੀ ਤੇ ਵਿਦ ਫੈਮਿਲੀ, ਤੇ ਮੇਰੀ ਫੈਮਿਲੀ ਉਰੇ ਆ ਗਈ ਸੀ, ਬਟ ਮੈਂ ਹੁਣ ਥੋੜੀ ਦੇਰ ਪਹਿਲਾਂ ਹੀ ਮਤਲਬ ਐਂਟਰ ਕੀਤਾ ਜੀ। ਮੇਰੇ ਪੂਰੇ ਮਤਲਬ ਪਿਛਲੇ 5 ਸਾਲਾਂ ਵਿੱਚ ਸਿਰਫ 3 ਕੁ ਮਹੀਨੇ ਪੂਰੇ ਹੋਏ ਆ, ਬਟ ਮੈਂ ਐਂਟਰ ਕਰ ਗਿਆ ਸੀ ਜੀ ਆਪਣਾ ਕੈਨੇਡਾ ਦੇ ਵਿੱਚ। ਤੇ ਮੈਨੂੰ ਦੱਤਾ ਜੀ ਨੂੰ ਸਵਾਲ ਹੈ ਜੀ ਕਿ ਮਤਲਬ ਮੇਰਾ ਅੱਗੇ ਪ੍ਰੋਸੈਸ ਕੀ ਹੋਏਗਾ, ਮੈਨੂੰ PR ਦੁਆਰਾ ਮੇਰਾ PR ਕਾਰਡ ਕਦ ਰਿਨਿਊ ਕੀਤਾ ਜਾਵੇਗਾ ਜੀ? ਓਕੇ ਦੱਤਾ ਸਾਹਿਬ, ਤੁਹਾਨੂੰ ਸਵਾਲ ਸੁਣ ਗਿਆ ਜੀ? ਅੱਗੇ ਮੇਰਾ ਮਤਲਬ ਸਿਟੀਜ਼ਨਸ਼ਿਪ ਦੇ ਵਿੱਚ ਕੀ ਪ੍ਰੋਸੈਸ ਹੋਏਗਾ? ਓਕੇ ਜੀ, ਦੱਤਾ ਸਾਹਿਬ ਸੁਣ ਗਿਆ ਸਵਾਲ ਕਿ ਨਹੀਂ?
ਬਿਲਕੁਲ ਸੁਣ ਗਿਆ ਨੱਥ ਸਾਹਿਬ, ਅਸੀਂ ਇਹਨਾਂ ਨੂੰ ਜਵਾਬ ਲਓ ਦਿੰਦੇ ਜੀ, ਜੀ ਤੁਹਾਨੂੰ ਸਕਰੀਨ ਤੇ ਆਨਲਾਈਨ। ਜਵਾਬ ਦਿੰਦੇ ਦੱਤਾ ਸਾਹਿਬ ਜੀ, ਥੈਂਕ ਯੂ, ਥੈਂਕਸ ਫॉर ਕਾਲਿੰਗ। ਹਾਂਜੀ ਨੱਥ ਸਾਹਿਬ, ਜਦੋਂ ਵੀ ਪਰਮਾਨੈਂਟ ਰੈਜ਼ੀਡੈਂਸੀ ਦੀ ਰਿਨਿਊਅਲ ਆਣੀ ਹੈਗੀ ਹੈ ਤੇ ਆਫੀਸਰ ਨੇ ਦੇਖਣਾ ਹੈ ਕਿ ਤੁਸੀਂ ਪਿਛਲੇ 50 ਸਾਲਾਂ ਦੇ ਵਿੱਚ 2 ਸਾਲ ਕੈਨੇਡਾ ਦੇ ਵਿੱਚ ਰਹੇ ਹੋ, ਤੁਸੀਂ 730 ਦਿਨ ਕੈਨੇਡਾ ਦੇ ਵਿੱਚ ਤੁਹਾਡਾ ਰਿਹਾਇਸ਼ ਹੈਗੀ ਹੈ ਜਾਂ ਨਹੀਂ ਹੈਗੀ। ਜੀ। ਜੇ ਨਹੀਂ ਹੈਗੀ ਤੇ ਕੀ ਕੰਪੈਲਿੰਗ ਸਰਕਮਸਟੈਂਸਸ ਸੀਗੇ ਜਿਹੜੇ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਨਹੀਂ ਰਹਿ ਸਕੇ। ਜੀ। ਸੋ ਉਹ ਰੀਜ਼ਨਿੰਗ ਦੇ ਵਾਸਤੇ, ਉਹ ਸਪੋਰਟਿੰਗ ਐਵੀਡੈਂਸਸ ਵਾਸਤੇ ਤਿਆਰ ਰਹਿਣਾ। ਐਂਡ ਇਟ ਇਜ਼ ਬੈਟਰ ਕਿ ਤੁਸੀਂ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ ਤਾਂ ਕਿ ਉਹ ਤੁਹਾਨੂੰ ਸਹੀ ਮੈਨੇ ਨਾਲ ਗਾਈਡ ਕਰ ਸਕੇ। ਜੇ ਆਈਸੀਸੀ ਨਾਲ ਵੀ ਕੰਟੈਕਟ ਕਰਨਾ, ਤੁਸੀਂ ਸਾਨੂੰ ਕੰਸਲਟੇਸ਼ਨ ਬੁੱਕ ਕਰਕੇ ਸਾਡੇ ਨਾਲ ਕੇਸ ਵੀ ਡਿਸਕਸ ਕਰੋ। ਯਾ ਆਈ ਗੈਸ ਦਿਸ ਇਜ਼ ਦ ਬੈਸਟ ਵੇ ਟੂ ਗੋ। ਸਮਟਾਈਮਸ ਇਹ ਹੋ ਜਾਂਦਾ ਦੱਤਾ ਸਾਹਿਬ ਕਿ ਮੇਰੇ ਵਰਗੇ ਮਾਤੜ ਸਲਾਹ ਦੇਣ ਵਾਲੇ ਵੀ ਹੁੰਦੇ ਆ, ਉਹ ਜਿਹੜੀਆਂ ਉਹ ਸਲਾਹਾਂ ਦਿੰਦੇ ਆ ਉਹ ਤਾਂ ਕਈ ਵਾਰੀ ਉਸ ਕੇਸ ਨਾਲ ਕੋਈ ਤਲਕ ਨਹੀਂ ਹੁੰਦਾ, ਉਹ ਕਿਸੇ ਹੋਰ ਕੇਸ ਦੀ ਰੈਫਰੈਂਸ ਦੇ ਕੇ ਸਲਾਹ ਦੇਈ ਤੁਰ ਜਾਂਦੇ ਵੀ ਫਲਾਣੇ ਨਾਲ ਵੀ ਐਂ ਹੋਇਆ ਸੀਗਾ ਤੇ ਧਮਕੇ ਨਾਲ ਵੀ ਐਂ ਹੋਇਆ ਸੀਗਾ, ਤੁਸੀਂ ਐਂ ਕਰ ਲਓ। ਮੇਰਾ ਖਿਆਲ ਹੈ ਵੀ ਜੇ ਪ੍ਰੋਫੈਸ਼ਨਲ ਦੀ ਹੈਲਪ ਲਈ ਜਾਵੇ ਐਂਡ ਜਿਹੜੇ ਹਿਸਾਬ ਤੁਸੀਂ ਦੱਸ ਰਹੇ ਹੋ ਕਿ ਜਿਹੜੀਆਂ ਤੁਹਾਡੀਆਂ ਫੀਸਾਂ ਵੀ ਬੜੀਆਂ ਨੋਮੀਨਲ ਨੇ, ਉਹਦੇ ਵਿੱਚ ਕੰਸਲਟੈਂਸੀ ਤੇ ਤੁਸੀਂ ਸਲਾਹ ਲਵੋ, ਤੁਹਾਨੂੰ ਫਿਰ ਅੱਗੇ ਜਾ ਕੇ ਹੋ ਸਕਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਈ ਵਿਲ ਰਿਕਮੈਂਡ ਵੀ ਬੜੀ ਇਹ ਗੱਲ ਜੀ। ਤੇ ਆਪਾਂ ਉਸੇ ਸਵਾਲ ਤੇ ਫੇਰ ਆਉਂਦੇ ਹਾਂ ਜੀ, ਆਪਣੇ ਕੋਲ ਕੁਝ ਸਮਾਂ ਹੈਗਾ। ਨੱਥ ਸਾਹਿਬ, ਪਹਿਲੇ ਮੈਂ ਇਹਦਾ ਇੱਕ ਜਵਾਬ ਜ਼ਰੂਰ ਦੇਣਾ ਜੀ। ਹਾਂਜੀ, ਕਹਿੰਦੇ ਨੀਮ ਹਕੀਮ ਖਤਰਾਏ ਜਾਨ। ਸਹੀ ਗੱਲ ਹੈ ਜੀ। ਹਰ ਬੰਦਾ ਨੀਮ ਹਕੀਮ ਬਣ ਗਿਆ ਜੀ। ਐਂਡ ਉਹ ਆਪਣੇ ਉੱਤੇ ਤੇ ਇਲਾਜ ਨਹੀਂ ਹੈਗਾ, ਦੂਜੇ ਦੇ ਉੱਤੇ ਐਕਸਪੈਰੀਮੈਂਟ ਸਾਰੇ ਹੋ ਜਾਂਦੇ। ਤੇ ਇੱਕ ਜਿਹੜੀ ਰਹਿੰਦੀ ਸੌਰੀ ਟੂ ਇੰਟਰਪਟ ਯੂ, ਰਹਿੰਦੀ ਖੁੰਦੀ ਗੱਲ ਹੋ ਗਈ ਹੈ ਜੀ, ਜਿਹੜੀ ਆਹ WhatsApp ਯੂਨੀਵਰਸਿਟੀ ਹੈ, ਇਹਦੇ ਤੇ ਜਿਹੜਾ ਕੁਝ ਆ ਰਿਹਾ ਹੈ ਉਹਨੇ ਵੀ ਬੜਾ ਕੁਝ ਪਰੇਸ਼ਾਨੀ ਕੀਤੀ ਹੋਈ ਹੈ। 100% ਜੀ। ਐਂਡ ਹਰ ਸ਼ਖਸ ਦੇ ਜਿਹੜੇ ਸਰਕਮਸਟੈਂਸਸ ਹੈਗੇ ਨੇ ਦੂਜੇ ਨਾਲੋਂ ਡਿਫਰੈਂਟ ਹੈਗੇ ਨੇ। ਸੋ ਹਰ ਨੂੰ ਤੁਸੀਂ ਇੱਕੋ ਥਾਲੀ ਦੇ ਵਿੱਚ ਨਹੀਂ ਪਰੋਸ ਸਕਦੇ ਕਿ ਆ ਵੀ ਸੇਮ ਹੈਗਾ, ਆ ਵੀ ਸੇਮ ਹੈਗਾ। ਹਰ ਬੰਦੇ ਦੇ, ਹਰ ਸ਼ਖਸ ਦੇ, ਹਰ ਆਫੀਸਰ ਦੇ ਲੁੱਕ ਇਨਟੂ ਦਾ ਫੈਕਟਸ ਇਜ਼ ਡਿਫਰੈਂਟ। ਸੋ ਉਹਦੇ ਤੇ ਬੜੀਆਂ ਚੀਜ਼ਾਂ ਡਿਪੈਂਡ ਕਰਦੀਆਂ ਜੀ। ਐਂਡ ਇਟ ਇਜ਼ ਆਲਵੇਜ਼ ਰਿਕਮੈਂਡਡ ਕਿ ਕਿਸੇ ਪ੍ਰੋਫੈਸ਼ਨਲ ਨਾਲ ਡਿਸਕਸ ਕਰੋ ਤਾਂ ਕਿ ਤੁਹਾਨੂੰ ਸਹੀ ਐਡਵਾਈਸ। ਬਿਲਕੁਲ, ਥੈਂਕ ਯੂ ਜੀ। ਤੇ ਆਪਾਂ ਉਸ ਸਵਾਲ ਤੇ ਫੇਰ ਆਈਏ ਕਿ ਜਿਹੜਾ ਕੋਈ ਇੱਥੇ ਕੈਨੇਡਾ ਦੇ ਵਿੱਚ ਆਇਆ ਹੈ ਉਹ ਹੋਰ ਕੀ ਐਕਸਪਲੋਰ ਕਰ ਸਕਦਾ ਹੈਗਾ, ਕਿਹੜੇ ਢੰਗ ਦੇ ਨਾਲ ਇੱਥੇ ਰਿਹਾ ਜਾ ਸਕਦਾ ਹੈ। ਇੱਕੋ ਕੁਝ ਕਰਦੇ ਹੁੰਦੇ ਸੀਗੇ ਜਦ ਕੋਈ ਪ੍ਰੋਸੈਸ ਸ਼ੁਰੂ ਹੋਇਆ ਦੱਤਾ ਸਾਹਿਬ ਵੀ US ਦੇ ਵਿੱਚ ਜਾ ਕੇ ਵਾਪਸ ਆਉਣਾ ਹੁੰਦਾ ਪੈਂਦਾ ਸੀਗਾ, ਉਹ ਕੀ ਪ੍ਰੋਸੈਸ ਸੀਗਾ? ਉਹ ਬੇਸਿਕਲੀ ਨੱਥ ਸਾਹਿਬ, ਜਦੋਂ ਵੀ ਵਿਜ਼ਟਰ ਕੈਨੇਡਾ ਦੇ ਵਿੱਚ ਆਉਂਦੇ ਸੀਗੇ ਤੇ ਉਹਨਾਂ ਨੂੰ ਜਿਹੜੇ ਡਿਊਰੇਸ਼ਨ ਆਫ ਸਟੇ ਇਨ ਕੈਨੇਡਾ ਹੈਗਾ ਉਹ 6 ਮੰਥਸ ਹੈਗਾ। ਹੁਣ ਜੇ 6 ਮੰਥਸ ਤੋਂ ਬਿਯੋਂਡ ਰਹਿਣਾ ਹੈਗਾ, ਕਈ ਵਾਰੀ ਐਪਲੀਕੇਸ਼ਨ ਤੁਸੀਂ ਨਹੀਂ ਲਗਾਉਂਦੇ ਸੀਗੇ, ਤੁਸੀਂ ਚਾਂਸ ਲੈ ਲੈਂਦੇ ਸੀਗੇ ਕਿ USA ਚਲੇ ਗਏ, USA ਦੇ ਵਿੱਚ 15-20 ਦਿਨ ਲਗਾ ਕੇ ਫਿਰ ਵਾਪਸ ਆ ਗਏ ਤੇ ਆਫੀਸਰ ਦੁਬਾਰਾ ਸਟੈਂਪਿੰਗ ਕਰ ਦਿੰਦਾ ਸੀਗਾ ਫॉर 6 more months। ਸੋ ਉਹਦੇ ਵਾਸਤੇ ਲੋਕੀ ਟਰੈਵਲ ਕਰਦੇ ਸੀਗੇ USA। ਬਟ ਅੱਜ ਦੀ ਤਰੀਕ ਤੱਕ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਐਂਡ ਪਬਲਿਕ ਪਾਲਿਸੀ ਹੈਗੀ ਕਿ ਤੁਸੀਂ ਐਕਸਟੈਂਸ਼ਨ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਰਹਿੰਦੇ ਹੋਏ। ਸੋ ਤੁਹਾਨੂੰ ਵਾਪਸ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਹਾਂ, ਆਪਣਾ ਸਟੇਟਸ ਦੇ ਉੱਤੇ ਜ਼ਰੂਰ ਧਿਆਨ ਰੱਖਿਆ ਜੇ ਕਿਤੇ ਆਊਟ ਆਫ ਸਟੇਟਸ ਨਾ ਹੋ ਜਾਇਆ ਜੇ। ਐਂਡ ਜੇ ਆਊਟ ਆਫ ਸਟੇਟਸ ਹੋ ਵੀ ਗਏ ਹੋ ਤੇ ਤਾਂ ਵੀ ਉਹਦੀ ਐਪਲੀਕੇਸ਼ਨ ਐਕਸਟੈਂਸ਼ਨ ਦੀ ਵਿਦ ਰੈਸਟੋਰੇਸ਼ਨ ਜ਼ਰੂਰ ਪਾਓ ਤਾਂ ਕਿ ਉਹ ਵੀ ਇੱਕ ਪਾਲਿਸੀ, ਪਬਲਿਕ ਪਾਲਿਸੀ ਚੱਲ ਰਹੀ ਹੈ ਜਿਹਦੇ ਤਹਿਤ ਤੁਹਾਨੂੰ ਐਕਸਟੈਂਸ਼ਨ ਮਿਲ ਸਕੇ। ਅਖੀਰ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜੀ ਜਿਹੜੇ ਸਾਡੇ ਦਰਸ਼ਕ ਹੈਗੇ? ਨੱਥ ਸਾਹਿਬ, ਇੱਕ ਸੁਨੇਹਾ ਸਭ ਤੋਂ ਇੰਪੋਰਟੈਂਟ ਜਿਹੜਾ ਦੇਣਾ ਚਾਹਾਂਗਾ ਜੀ, ਜਿੰਨੇ ਵੀ ਵਿਜ਼ਟਰ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ, ਜੇ ਤੁਸੀਂ LMIA ਦੀ ਤੁਹਾਡੇ ਕੋਲ ਕੋਈ ਇੰਪਲੋਇਰ ਹੈਗਾ ਐਂਡ ਤੁਹਾਡੇ ਕੋਲ ਸਿਮਿਲਰ ਐਕਸਪੀਰੀਅੰਸ ਹੈਗਾ ਜਿਹੜੀ ਜੌਬ ਉਹ ਆਫਰ ਕਰ ਰਹੇ ਨੇ ਐਂਡ ਪ੍ਰੋਫੈਸ਼ਨਲ ਐਡਵਾਈਸ, ਪ੍ਰੋਫੈਸ਼ਨਲ ਸਰਵਿਸਿਜ਼ ਵਾਸਤੇ ICC ਨਾਲ ਕੰਟੈਕਟ ਕਰ ਸਕਦੇ ਹੋ। ਨੱਥ ਸਾਹਿਬ, 14 ਸਾਲ ਹੋ ਗਏ ਆ LMIA ਦੀ ਐਪਲੀਕੇਸ਼ਨ। ਆਈ ਥਿੰਕ we have not even lost one application। ਅਸੀਂ ਸ਼ੁਰੂ ਹੀ ਨਹੀਂ ਕਰਾਂਗੇ ਐਪਲੀਕੇਸ਼ਨ ਜੇ ਸਾਨੂੰ ਲੱਗੇਗਾ ਕਿ ਐਪਲੀਕੇਸ਼ਨ ਥਰੂ ਹੋਣ ਵਾਲੀ ਨਹੀਂ ਹੈਗੀ। ਜੀ ਬਿਲਕੁਲ, ਐਬਸੋਲੂਟਲੀ। ਐਂਡ ਨੱਥ ਸਾਹਿਬ, ਇਹਦੇ ਵਾਸਤੇ ਅਸੀਂ ਜਦੋਂ ਇੰਪਲੋਇਰ ਦੇ ਡਾਕੂਮੈਂਟੇਸ਼ਨਸ ਲੈਣੇ ਆ ਨਾ, ਉਹਨਾਂ ਦੇ ਡਾਕੂਮੈਂਟੇਸ਼ਨਸ ਤੋਂ ਹੀ ਅਸੀਂ ਦੱਸ ਦਿੰਦੇ ਆ ਕਿ ਆਹ ਐਪਲੀਕੇਸ਼ਨ ਸਾਡੇ ਵੱਸ ਦੀ ਹੈਗੀ ਹੈ ਜਾਂ ਨਹੀਂ ਹੈਗੀ। ਜੇ ਨਹੀਂ ਹੋਏਗੀ ਅਸੀਂ ਕਵਾਂਗੇ ਭਾਈ ਸਾਡੇ ਵੱਸ ਦਾ ਕੰਮ ਨਹੀਂ ਹੈਗਾ, ਤੁਸੀਂ ਕਿਸੇ ਹੋਰ ਦੀ ਸਰਵਿਸਿਜ਼ ਲੈ ਲਓ। ਬਿਕੋਜ਼ ਆਈ ਹੈਵ ਅ ਰੈਪੂਟੇਸ਼ਨ ਟੂ ਕੀਪ ਐਂਡ ਅਸੀਂ ਉਸੇ ਨੂੰ ਹੀ ਮੇਨਟੇਨ ਕਰਕੇ ਚੱਲ ਰਹੇ ਹਾਂ। ਤੇ ਜੇ ਕੋਈ ਵੀ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਇਸ ਟਾਈਮ ਵਿਜ਼ਿਟ ਤੇ ਹੈਗਾ, ਤੁਹਾਡੇ ਵਾਸਤੇ ਵੀ ਕਾਫੀ ਸਾਰੀਆਂ ਆਪਸ਼ਨਸ ਐਗਜ਼ਿਸਟ ਕਰਦੀਆਂ। ਓਨਰ ਆਪਰੇਟਰ ਕੈਟੇਗਰੀਜ਼ 1 ਕੈਟੇਗਰੀ, ਉਹਦੇ ਵਿੱਚ ਚੇਂਜਸ ਤਬਦੀਲੀਆਂ ਕਾਫੀ ਸਾਰੀਆਂ ਆਈਆਂ ਹੈਗੀਆਂ। ਅਸੀਂ ਜਿਹੜੀਆਂ ਤਬਦੀਲੀਆਂ ਆ ਰਹੀਆਂ ਸੀਗੀਆਂ ਐਂਡ ਇੰਪਲੀਮੈਂਟੇਸ਼ਨ ਨੱਥ ਸਾਹਿਬ 2021 ਦੇ ਮਾਰਚ ਦੇ ਵਿੱਚ ਹੋਇਆ। ਅਸੀਂ 2019 ਤੋਂ ਹੀ ਮੇਜਰਸ ਲੈ ਲਏ ਸੀਗੇ ਕਿ ਅਸੀਂ ਆਪਣੇ ਕਲਾਇੰਟਸ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਦਿਸ ਇਜ਼ ਹਾਊ ਵੀ ਵਿਲ ਪ੍ਰੋਸੀਡ ਵਿਦ ਦੋਜ਼ ਐਪਲੀਕੇਸ਼ਨਸ।
ਸੋ ਨਵੰਬਰ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਆਫਿਸਰ ਨੇ ਰਿਫਿਊਜ਼ਲ ਦੇਣੀ ਸ਼ੁਰੂ ਕੀਤੀ ਐਂਡ ਮਾਰਚ ਦੇ ਵਿੱਚ ਉਹ ਐਪਲੀਕੇਸ਼ਨਸ ਨਵਾਂ ਰੂਲਸ ਇੰਪਲੀਮੈਂਟ ਹੋ ਗਏ ਬਟ ਵੀ ਵਰ ਨਾਟ ਇੰਪੈਕਟਡ ਬਿਕੋਜ਼ ਅਸੀਂ 2019 ਤੋਂ ਹੀ ਉਹ ਰੂਲਸ ਇੰਪਲੀਮੈਂਟ ਕਰ ਲਏ ਸੀਗੇ ਸੋ ਤੁਹਾਡੇ ਕੰਸਲਟੈਂਟ ਲਾਇਰ ਜਿਹੜੇ ਵੀ ਹੈਗੇ ਨੇ ਜਿਨ੍ਹਾਂ ਨੂੰ ਵੀ ਤੁਸੀਂ ਹਾਇਰ ਕਰਦੇ ਹੋ ਫੀਸ ਤੇ ਤੁਸੀਂ ਜ਼ਰੂਰ ਦੇਖਿਆ ਕਰੋ ਬਟ ਫੀਸ ਦੇ ਨਾਲ ਨਾਲ ਐਕਸਪੀਰੀਅੰਸ ਤਜਰਬਾ ਵੀ ਦੇਖੋ ਕਿ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈਗਾ ਤਜਰਬਾ ਕਿਸ ਤਰ੍ਹਾਂ ਦਾ ਹੈਗਾ are they proactive with their things? If they are proactive, absolutely great. You should be taking and going in for those. Immigration ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਕੋਈ ਰਿਫਿਊਜ਼ਡ ਕੇਸ ਹੈਗਾ ਤੁਸੀਂ ਵਿਜ਼ਿਟ ਵੀਜ਼ਾ ਤੇ ਜਾਂ ਵਰਕ ਪਰਮਿਟ ਤੇ ਕੈਨੇਡਾ ਤੇ ਹੈਗੇ ਹੋ ਇਸ ਟਾਈਮ ਕਾਫੀ ਸਾਰੀਆਂ ਓਪਰਚੁਨਿਟੀਜ਼ ਤੁਹਾਡੇ ਵਾਸਤੇ ਐਗਜ਼ਿਸਟ ਕਰਦੀਆਂ ਪਰਮਨੈਂਟ ਰੈਜ਼ੀਡੈਂਸੀ ਵਾਸਤੇ ਉਹਦੇ ਵਾਸਤੇ ICC ਨਾਲ ਕੰਟੈਕਟ ਕਰ ਸਕਦੇ ਹੋ ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਫॉर ਇੰਟਾਇਰ ਥਿੰਗ ICC ਇਮੀਗ੍ਰੇਸ਼ਨ ਤੇ 14 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ RDMD ਦੀ ਟੀਮ ਹੈਗੀ ਹੈ RD ਇਜ਼ ਰਿਪੂਦਮਨ ਸਿੰਘ ਢਿੱਲੋਂ MD is myself Manu Datta and ਸਾਡੀ ਟੀਮ ਦੇ ਵਿੱਚ ਹੋਰ ਵੀ ਕੰਸਲਟੈਂਟਸ ਹੈਗੇ ਨੇ we are proud ਕਿ ਅਸੀਂ ਜਿਹੜੀ ਚੀਜ਼ ਲੈਣੇ ਆ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਸਿਰੇ ਪਹੁੰਚਾਈਏ ਫੋਨ ਨੰਬਰ ਦਿਓ ਜੀ ਅਖੀਰ ਚ ਇੱਕ ਵਾਰੀ ਨੱਥ ਸਾਹਿਬ ਫੋਨ ਨੰਬਰ ਹੈਗਾ ਜੀ 9054612424 905 461 2424 ਐਂਡ WhatsApp ਨੰਬਰ ਸਾਡਾ ਹੈਗਾ 647 850 9000 647 850 9000 ਥੈਂਕ ਯੂ ਵੈਰੀ ਮਚ ਦੱਤਾ ਜੀ ਪ੍ਰੋਗਰਾਮ ਜੁਆਇਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਥੈਂਕਸ ਸਤਿ ਸ਼੍ਰੀ ਅਕਾਲ